ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਆਪਾਂ ਅਲਜੈਬਰੇ ਦਾ ਨਵਾਂ ਟੌਪਿਕ ਸ਼ੁਰੂ ਕਰਨਾ ਹੈ। ਸਬ ਗਰੁੱਪ ਦੇ ਵਿੱਚ ਹੀ ਆਉਂਦਾ ਹੈ ਕਿ ਸਾਈਕਲਿਕ ਗਰੁੱਪ ਕਿਹੜੇ ਹੁੰਦੇ ਹੈਗੇ। ਇਹ ਕਾਫੀ ਇੰਪੋਰਟੈਂਟ ਟੌਪਿਕ ਆ ਜੀ। ਕਿਸੇ ਗਰੁੱਪ A group G is said to be cyclic if and only if there exists A belongs to G such that each element of G can be written as integral power of A। ਇਹਦਾ ਮਤਲਬ ਕੀ ਹੈ, ਐਗਜ਼ਾਮਪਲ ਦੇ ਕੇ ਸਮਝਦੇ ਆਪਾਂ। ਜੇ G ਦੇ ਹਰੇਕ ਐਲੀਮੈਂਟ ਨੂੰ A ਦੀ ਕੋਈ ਇੰਟੈਗਰਲ ਨੈਗੇਟਿਵ ਪੋਜ਼ਿਟਿਵ 0, ਜੇ G ਦੇ ਹਰੇਕ ਐਲੀਮੈਂਟ ਨੂੰ A ਦੀ ਇੰਟੈਗਰਲ ਪਾਵਰ ਲਿਖ ਸਕਦੇ ਹੈਗੇ ਆ ਤਾਂ G ਨੂੰ ਕਹਾਂਗੇ ਕਿ ਉਹ ਸਾਈਕਲਿਕ ਗਰੁੱਪ ਆ। G ਨੂੰ ਆਪਾਂ ਸਾਈਕਲਿਕ ਗਰੁੱਪ ਕਹਾਂਗੇ। ਐਗਜ਼ਾਮਪਲ ਦੇ ਤੌਰ ਤੇ ਆਪਾਂ ਲਈਏ, ਜਿਵੇਂ G ਲੈ ਲਿਆ ਆਪਾਂ ਨੇ 1 -1 ਆਇਓਟਾ ਮਾਈਨਸ ਆਇਓਟਾ, ਇਹ ਗਰੁੱਪ ਆ। ਇਹ ਚੈੱਕ ਕਰਨਾ ਆਪਾਂ ਇਹ ਸਾਈਕਲਿਕ ਆ ਕਿ ਨਹੀਂ ਹੈਗਾ। ਦੇਖੋ ਸਾਈਕਲਿਕ ਤਾਂ ਕਹਾਂਗੇ ਜੇ G ਦੇ ਹਰੇਕ ਐਲੀਮੈਂਟ ਨੂੰ ਕਿਸੇ ਇੱਕ ਐਲੀਮੈਂਟ ਦੀ ਪਾਵਰ ਲਿਖਣਾ ਆਪਾਂ ਨੂੰ। ਜੇ G ਦੇ ਹਰੇਕ ਐਲੀਮੈਂਟ ਨੂੰ ਕਿਸੇ ਇੱਕ ਐਲੀਮੈਂਟ ਦੀ ਪਾਵਰ ਦੀ ਫਾਰਮ 'ਚ ਲਿਖ ਸਕਦੇ ਹਾਂ, ਇੰਟੈਗਰਲ ਪਾਵਰ ਦੀ ਫਾਰਮ 'ਚ, ਤਾਂ G ਨੂੰ ਆਪਾਂ ਸਾਈਕਲਿਕ ਕਹਾਂਗੇ। ਦੇਖੋ ਧਿਆਨ ਨਾਲ, ਇਦਾਂ ਨਹੀਂ ਹੈ ਕਿ 1 ਨੂੰ ਆਪਾਂ 1 ਦੀ ਪਾਵਰ ਲਿਖ ਸਕਦੇ ਹਾਂ, -1 ਨੂੰ ਆਪਾਂ -1 ਦੀ ਪਾਵਰ ਲਿਖ ਸਕਦੇ ਹਾਂ, ਆਇਓਟਾ ਨੂੰ ਆਪਾਂ ਆਇਓਟਾ ਦੀ ਪਾਵਰ ਲਿਖ ਸਕਦੇ ਹਾਂ, ਤੇ ਮਾਈਨਸ ਆਇਓਟਾ ਨੂੰ ਆਪਾਂ ਮਾਈਨਸ ਆਇਓਟਾ ਦੀ ਪਾਵਰ ਲਿਖ ਸਕਦੇ ਹਾਂ। ਇਦਾਂ ਨਹੀਂ ਹੈ, ਇਹ ਐਲੀਮੈਂਟ ਫਿਕਸ ਚਾਹੀਦਾ ਸਾਰਿਆਂ ਵਾਸਤੇ। ਜੇ ਸਾਰਿਆਂ ਵਾਸਤੇ ਇੱਕ ਅਜਿਹਾ A ਐਗਜ਼ਿਸਟ ਕਰਦਾ ਕਿ ਹਰੇਕ ਐਲੀਮੈਂਟ ਨੂੰ ਉਹ ਐਲੀਮੈਂਟ ਦੀ ਪਾਵਰ ਲਿਖ ਸਕਦੇ ਹੈਗੇ ਆ, ਤਾਂ ਇਹ ਗਰੁੱਪ ਨੂੰ ਕਹਾਂਗੇ ਕਿ ਇਹ ਸਾਈਕਲਿਕ ਗਰੁੱਪ ਆ। ਜਿਵੇਂ ਦੇਖੋ ਧਿਆਨ ਨਾਲ, ਇਹ ਆਇਓਟਾ ਦੀ ਪਾਵਰ 4 ਲਿਖ ਸਕਦੇ ਹਾਂ, ਆਇਓਟਾ ਪਾਵਰ 4 1 ਹੁੰਦਾ। ਇਹ ਲਿਖ ਸਕਦੇ ਹਾਂ ਆਪਾਂ ਆਇਓਟਾ ਦੀ ਪਾਵਰ ਸਕੁਅਰ -1 ਹੁੰਦਾ। ਇਹ ਲਿਖ ਸਕਦੇ ਹਾਂ ਆਪਾਂ ਆਇਓਟਾ ਦੀ ਪਾਵਰ 1। ਇਹ ਲਿਖ ਸਕਦੇ ਆਪਾਂ ਆਇਓਟਾ ਦੀ ਪਾਵਰ 3, ਆਇਓਟਾ ਦੀ ਪਾਵਰ 3 ਮਾਈਨਸ ਆਇਓਟਾ ਹੁੰਦਾ ਹੈ। ਦੇਖੋ G ਦੇ ਹਰੇਕ ਐਲੀਮੈਂਟ ਨੂੰ ਆਪਾਂ ਇੱਕ ਸਿੰਗਲ, ਇਹ ਵੀ G ਵਿੱਚੋਂ ਹੀ ਹੋਊਗਾ, ਕੋਈ ਐਲੀਮੈਂਟ G ਵਿੱਚੋਂ ਹੀ ਹੋਊਗਾ। G ਦੇ ਹਰੇਕ ਐਲੀਮੈਂਟ ਨੂੰ ਕਿਸੇ ਇੱਕ ਐਲੀਮੈਂਟ ਦੀ ਸਿੰਗਲ ਦੀ ਪਾਵਰ ਲਿਖ ਸਕਦੇ ਹਾਂ ਆਪਾਂ। ਹਰੇਕ ਐਲੀਮੈਂਟ ਨੂੰ ਆਪਾਂ ਆਇਓਟਾ ਦੀ ਪਾਵਰ ਆਇਓਟਾ ਦੀ ਫਾਰਮ ਲਿਖ ਸਕਦੇ ਹਾਂ। ਮਤਲਬ ਕਿ ਇਦਾਂ ਆਹ ਫਾਰਮ ਲਿਖੀ ਹੋਈ ਹੈ। ਦੇਖੋ G ਦੇ ਹਰੇਕ ਐਲੀਮੈਂਟ ਨੂੰ ਕਿਸੇ ਇੱਕ, ਉਹ ਜਿਹੜਾ ਇੱਕ ਐਲੀਮੈਂਟ ਲੈਣਾ ਹੈਗਾ ਉਹ ਵੀ ਐਗਜ਼ਿਸਟ ਕਰੂਗਾ G ਵਿੱਚੋਂ। For all B belongs to G, there exist A belongs to G, A G ਵਿੱਚ ਹੋਵੇ such that ਕਿ ਹਰੇਕ ਐਲੀਮੈਂਟ ਨੂੰ ਉਹ ਸਿੰਗਲ ਦੀ ਆਪਾਂ ਪਾਵਰ ਲਿਖ ਸਕੀਏ, ਤੇ ਪਾਵਰ ਕੀ ਹੋਵੇ, ਕੋਈ ਵੀ ਇੰਟੀਜਰ। ਇਹ ਕੋਈ ਵੀ ਇੰਟੀਜਰ ਆ ਸਕਦੇ ਹੈ। ਜਿਵੇਂ ਦੇਖੋ ਹਰੇਕ ਐਲੀਮੈਂਟ, ਦੇਖੋ ਇੱਥੇ ਆਪਾਂ ਨੇ ਆਇਓਟਾ ਪਾਵਰ 4, ਉਹਦੇ n ਕਿੰਨਾ ਆ ਗਿਆ, 4 ਆ ਗਿਆ। ਇੱਥੇ ਆਪਾਂ ਨੇ ਆਇਓਟਾ ਪਾਵਰ ਸਕੁਅਰ, ਇੱਥੇ n ਕਿੰਨਾ ਆ ਗਿਆ, 2 ਆ ਗਿਆ। ਇੱਥੇ ਆਇਓਟਾ ਨੂੰ n ਦੀ n1 ਆ ਗਿਆ, ਇੱਥੇ ਆਪਾਂ ਆਇਓਟਾ ਦੀ ਪਾਵਰ n3 ਆ ਗਿਆ। ਤਾਂ ਜੇ G ਦੇ ਹਰੇਕ ਐਲੀਮੈਂਟ ਨੂੰ ਕਿ ਸਿੰਗਲ ਇੱਕ ਦੀ ਪਾਵਰ ਲਿਖ ਸਕਦੇ ਹੈਗੇ ਆ ਤਾਂ G ਨੂੰ ਕਹਾਂਗੇ ਸਾਈਕਲਿਕ ਆ। ਇੱਕ ਹੋਰ ਐਗਜ਼ਾਮਪਲ ਦੇਖ ਲਓ, ਜਿਵੇਂ G ਹੈ 1 ਓਮੇਗਾ ਸਕੁਅਰ, 1 ਓਮੇਗਾ ਸਕੁਅਰ। ਆਪਾਂ 1 ਨੂੰ ਲਿਖ ਸਕਦੇ ਹੈਗੇ ਆ, ਦੇਖੋ ਓਮੇਗਾ ਦੀ ਪਾਵਰ ਕਿਊਬ, ਓਮੇਗਾ ਨੂੰ ਲਿਖ ਸਕਦੇ ਹੈਗੇ ਆ ਓਮੇਗਾ ਦੀ ਪਾਵਰ 1, ਤੇ ਓਮੇਗਾ ਸਕੁਅਰ ਨੂੰ ਲਿਖ ਸਕਦੇ ਹੈਗੇ ਆ ਓਮੇਗਾ ਦੀ ਪਾਵਰ ਸਕੁਅਰ। ਹਰੇਕ ਐਲੀਮੈਂਟ ਨੂੰ ਕਿਸੇ ਇੱਕ ਦੀ ਪਾਵਰ ਲਿਖ ਸਕਦੇ ਆਪਾਂ। ਧਿਆਨ ਰੱਖਣਾ ਜੀ, ਜੇ ਕਿਸੇ ਇੱਕ ਦੀ ਪਾਵਰ ਵੀ ਲਿਖ ਸਕਦੇ ਹੈਗੇ ਆ ਤਾਂ ਪੱਕਾ ਸਾਈਕਲਿਕ ਹੋਊਗਾ। ਇਹ ਕੰਪਲਸ਼ਨ ਨਹੀਂ ਕਿ ਇੱਥੇ ਇੱਕੋ ਹੀ ਆਊਗਾ। ਜਿਵੇਂ ਇੱਧਰ ਦੇਖੋ, ਇਹ ਸਾਰੇ ਐਲੀਮੈਂਟ ਨੂੰ ਆਪਾਂ ਮਾਈਨਸ ਆਇਓਟਾ ਦੀ ਪਾਵਰ ਵੀ ਲਿਖ ਸਕਦੇ ਹਾਂ। ਮਾਈਨਸ ਆਇਓਟਾ ਦੀ ਪਾਵਰ 4 1 ਬਣੇਗਾ, ਮਾਈਨਸ ਆਇਓਟਾ ਸਕੁਅਰ ਇਹ -1 ਬਣੇਗਾ, ਮਾਈਨਸ ਆਇਓਟਾ ਦੀ ਕਿਊਬ ਇਹ ਆਇਓਟਾ ਬਣੇਗਾ, ਤੇ ਮਾਈਨਸ ਆਇਓਟਾ ਦੀ ਪਾਵਰ 1 ਇਹ ਆ ਗਿਆ। ਇੱਥੇ ਇਹ ਕੰਪਲਸ਼ਨ ਨਹੀਂ ਕੀਤੀ ਕਿ ਇਹ ਯੂਨੀਕ ਆਊਗਾ ਐਲੀਮੈਂਟ।
ਦੇਖੋ G ਦੇ ਹਰੇਕ ਐਲੀਮੈਂਟ ਨੂੰ ਆਪਾਂ ਆਇਓਟਾ ਦੀ ਪਾਵਰ ਵੀ ਲਿਖ ਸਕਦੇ ਹੈਗੇ ਆ ਮਾਈਨਸ ਆਇਓਟਾ ਦੀ ਪਾਵਰ ਲਿਖ ਸਕਦੇ ਹਾਂ। ਇੱਥੇ ਇਹ ਕੰਪਲਸ਼ਨ ਨਹੀਂ ਕੀਤੀ ਕਿ ਇਹ ਐਲੀਮੈਂਟ ਯੂਨੀਕ ਹੋਊਗਾ, ਇੱਕੋ ਦੀ ਪਾਵਰ ਲਿਖ ਸਕਦੇ ਨਹੀਂ। ਜੇ ਕਿਸੇ ਇੱਕ ਦੀ ਪਾਵਰ ਵੀ ਆਪਾਂ ਲਿਖ ਸਕਦੇ ਹਾਂ, ਚਾਹੇ ਆਇਓਟਾ ਹੋਵੇ ਚਾਹੇ ਮਾਈਨਸ ਆਇਓਟਾ ਹੋਵੇ, ਜੇ ਕਿਸੇ ਇੱਕ ਦੀ ਪਾਵਰ ਵੀ ਆਪਾਂ ਲਿਖ ਸਕਦੇ ਹਾਂ ਤਾਂ ਉਸ ਕੇਸ 'ਚ ਆਪਾਂ ਕਹਾਂਗੇ ਕਿ ਇਹ ਸਾਈਕਲਿਕ ਹੈ। ਕਿਸੇ ਇੱਕ ਦੀ ਪਾਵਰ ਲਿਖ ਸਕਦੇ ਹਾਂ, ਉਰੇ ਆਇਓਟਾ ਦੀ ਪਾਵਰ ਲਿਖੀ ਤਾਂ ਵੀ ਸਾਈਕਲਿਕ ਕਹਾਂਗੇ, ਜੇ ਮਾਈਨਸ ਆਇਓਟਾ ਪਾਵਰ ਹੋਵੇ ਤਾਂ ਵੀ ਆਪਾਂ ਸਾਈਕਲਿਕ ਕਹਾਂਗੇ। ਮਤਲਬ ਏਦਾਂ ਕਹਿ ਲਓ, ਜੇ ਘੱਟੋ ਘੱਟ ਆਪਾਂ ਇੱਕ ਦੀ ਪਾਵਰ ਦੀ ਫਾਰਮ ਲਿਖ ਸਕਦੇ ਸਾਰੇ ਐਲੀਮੈਂਟ ਤਾਂ ਪੱਕਾ ਸਾਈਕਲਿਕ ਹੋਊਗਾ। ਇਹ ਕੰਪਲਸ਼ਨ ਨਹੀਂ ਦੋ ਦੀ, ਜਿਵੇਂ ਉਰੇ ਐਲੀਮੈਂਟ ਆਇਓਟਾ ਆਇਓਟਾ ਆਇਓਟਾ, ਇੱਕੋ ਐਲੀਮੈਂਟ ਆਇਓਟਾ ਲਿਆ, ਕੋਈ ਹੋਰ ਐਲੀਮੈਂਟ ਵੀ ਆ ਸਕਦਾ, ਕੋਈ ਹੋਰ ਐਲੀਮੈਂਟ ਵੀ ਆ ਸਕਦਾ। ਜੇ ਇੱਕ ਵੀ ਐਲੀਮੈਂਟ ਆ ਗਿਆ ਹੋਰ ਜਿੰਨੇ ਮਰਜ਼ੀ ਆਉਣ ਤਾਂ ਉਹਨੂੰ ਆਪਾਂ ਸਾਈਕਲਿਕ ਕਹਾਂਗੇ। ਜੇ ਇੱਕ ਵੀ ਐਲੀਮੈਂਟ ਆ ਗਿਆ ਹੋਰ ਐਲੀਮੈਂਟ ਜਿੰਨੇ ਮਰਜ਼ੀ ਆਉਣ ਤਾਂ ਉਹਨੂੰ ਆਪਾਂ ਸਾਈਕਲਿਕ ਕਹਾਂਗੇ, ਜਿਹਦੀ ਪਾਵਰ ਦੀ ਫਾਰਮ 'ਚ ਆਪਾਂ ਲਿਖ ਸਕਦੇ ਹਾਂ। ਤਾਂ ਇਹ ਵੀ ਸਾਈਕਲਿਕ ਆ, ਇਹ ਵੀ ਸਾਈਕਲਿਕ ਆ। ਤੇ ਇੱਕ ਡੈਫੀਨੇਸ਼ਨ ਹੋਰ ਬੜੀ ਇੰਪੋਰਟੈਂਟ ਹੈ ਇਹਦੇ ਵਿੱਚੋਂ, ਜਨਰੇਟਰ ਆਫ ਸਾਈਕਲਿਕ ਗਰੁੱਪ। ਜਨਰੇਟਰ ਆਫ ਸਾਈਕਲਿਕ ਗਰੁੱਪ ਜਨਰੇਟ ਕਰਨਾ ਹੁੰਦਾ ਹੈਗਾ ਪੰਜਾਬੀ 'ਚ ਬਣਾਉਣਾ, ਕਿ ਸਾਈਕਲਿਕ ਗਰੁੱਪ ਨੂੰ ਕੌਣ ਬਣਾ ਰਿਹਾ। ਉਹ ਦੇਖੋ, ਜੇ ਆਪਾਂ G ਦੇ ਹਰੇਕ ਐਲੀਮੈਂਟ ਨੂੰ ਫॉर ਆਲ ਪਾਇਆ, ਹਰੇਕ ਐਲੀਮੈਂਟ ਨੂੰ ਆਪਾਂ A ਦੀ ਪਾਵਰ ਲਿਖ ਸਕਦੇ ਹੈਗੇ ਆ। ਜਿਵੇਂ ਇੱਥੋਂ ਦੇਖੋ, ਜਿਵੇਂ ਆ ਲਿਖਿਆ, ਤਾਂ G ਨੂੰ ਜੇ ਇੱਕ ਸਿੰਗਲ ਐਲੀਮੈਂਟ ਦੀ ਪਾਵਰ ਲਿਖ ਸਕਦੇ ਹਾਂ ਤਾਂ ਗੌਰ ਨਾਲ ਦੇਖੋ, ਤਾਂ G ਦੇ ਹਰੇਕ ਐਲੀਮੈਂਟ ਆਪਾਂ ਇਦਾਂ ਕਹਿ ਸਕਦੇ ਹਾਂ ਕਿ G ਦੇ ਹਰੇਕ ਐਲੀਮੈਂਟ ਨੂੰ ਆਪਾਂ ਆਇਓਟਾ ਚੋਂ ਬਣਾ ਸਕਦੇ ਹਾਂ। ਆਇਓਟਾ ਚੋਂ ਮਤਲਬ ਆਇਓਟਾ ਇੱਕ ਸਿੰਗਲ ਐਲੀਮੈਂਟ ਲੈ ਕੇ G ਦਾ ਹਰੇਕ ਐਲੀਮੈਂਟ ਬਣਾ ਸਕਦੇ ਹਾਂ ਆਪਾਂ। ਕਿਵੇਂ? ਪਹਿਲਾਂ ਆਇਓਟਾ ਪਾਵਰ 4 ਲੈ ਲਓ, ਆ ਬਣ ਜਾਏਗਾ, ਫਿਰ ਆਇਓਟਾ ਦਾ ਸਕੁਅਰ ਲੈ ਲਓ, ਆ ਬਣ ਜਾਏਗਾ, ਫਿਰ ਆਇਓਟਾ ਦੀ ਪਾਵਰ 1 ਲੈ ਲਓ, ਆ ਬਣ ਜਾਏਗਾ, ਆਇਓਟਾ ਦੀ ਪਾਵਰ -3 ਲੈ ਲਓ, ਆ ਬਣ ਜਾਏਗਾ। ਇੱਕ ਸਿੰਗਲ ਐਲੀਮੈਂਟ ਯੂਜ਼ ਕਰਕੇ ਆਪਾਂ ਇੱਕ ਸਿੰਗਲ ਐਲੀਮੈਂਟ ਤੋਂ ਆਪਾਂ G ਬਣਾ ਸਕਦੇ ਹਾਂ ਸਾਰਾ। ਤਾਂ ਮਤਲਬ ਕਿ ਇੱਕ ਸਿੰਗਲ ਐਲੀਮੈਂਟ ਤੋਂ G ਬਣ ਰਿਹਾ, ਤਾਂ ਆਪਾਂ ਕਹਾਂਗੇ ਜਿਹੜਾ ਆਇਓਟਾ ਜੋ ਹੈ ਉਹ G ਨੂੰ ਬਣਾ ਰਿਹਾ। ਇੱਕ ਸਿੰਗਲ ਆਇਓਟਾ G ਨੂੰ ਬਣਾ ਰਿਹਾ। ਕਿਉਂ? ਕਿਉਂਕਿ ਆਇਓਟਾ ਯੂਜ਼ ਕਰਕੇ ਆਪਾਂ ਸਾਰੇ ਐਲੀਮੈਂਟ ਲੱਭ ਸਕਦੇ ਹਾਂ ਕਿ ਕਿਹੜੇ ਆਉਣਗੇ। ਤੇ ਜਿਹੜਾ ਇਹ ਆਇਓਟਾ ਹੈ ਇਹ G ਨੂੰ ਬਣਾ ਰਿਹਾ, ਬਣਾਉਣ ਨੂੰ ਕਹਿੰਦੇ ਆਪਾਂ ਜਨਰੇਟ ਕਰਨਾ। ਤਾਂ ਆਪਾਂ ਕਹਾਂਗੇ ਜਿਹੜਾ ਆਇਓਟਾ ਹੈ ਉਹ ਜਨਰੇਟਰ ਆਫ G ਹੈ। ਆਇਓਟਾ ਇਜ਼ ਜਨਰੇਟਰ ਆਫ ਗਰੁੱਪ। ਇਸ ਕੇਸ ਮਤਲਬ ਡੈਫੀਨੇਸ਼ਨ 'ਚ ਕੀ ਕਿਹਾ ਸੀ ਆਪਾਂ ਨੇ ਕਿ G ਸਾਈਕਲਿਕ ਤਾਂ ਹੋਊਗਾ ਜੇ G ਨੂੰ ਆਪਾਂ G ਦੇ ਹਰੇਕ ਐਲੀਮੈਂਟ ਨੂੰ A ਦੀ ਪਾਵਰ ਲਿਖ ਸਕਦੇ ਹਾਂ। ਜਿਹਦੇ ਹਰੇਕ ਐਲੀਮੈਂਟ ਨੂੰ ਕਿਸੇ ਸਿੰਗਲ ਦੀ ਪਾਵਰ ਲਿਖ ਸਕਦੇ ਹਾਂ ਤਾਂ ਆਪਾਂ ਕਹਾਂਗੇ ਇਹ ਸਿੰਗਲ ਐਲੀਮੈਂਟ ਗਰੁੱਪ ਨੂੰ ਬਣਾ ਰਿਹਾ। ਤਾਂ ਆਪਾਂ ਕਹਾਂਗੇ A ਜਨਰੇਟਸ ਹੇਅਰ, A ਜਨਰੇਟਸ G, A G ਨੂੰ ਜਨਰੇਟ ਕਰ ਰਿਹਾ। ਜਾਂ ਆਪਾਂ ਕਹਾਂਗੇ A is ਜਨਰੇਟਰ ਆਫ साइक्लिक ग्रुप G। जो A है जनरेटर साइक्लिक ग्रुप G कहांगे। ये सिंबॉलिक फॉर्म ध्यान रखियो, G नूं आपां लिखांगे इदां। ये सिंबल जो है ये गल ध्यान रखनी आपां ने। ये साइक्लिक ग्रुप ऐसे सिंबल पाया आपां लेस ग्रेटर जिहड़ा पाने हैगे, मतलब ये साइक्लिक ग्रुप वास्ते पाया सिंबल आपां ने। जे साइक्लिक ग्रुप है तो कोई सिंगल एलीमेंट जनरेट करेगा ते जेड़ा जनरेट करेगा विच पाउणा आपां ने। ਇਹਦਾ मतलब की हो गया ਜਿਹੜਾ ਆਹ ਸਾਈਕਲਿਕ ਗਰੁੱਪ ਆ, ਸਾਈਕਲਿਕ ਕਿਉਂ ਕਿਹਾ ਆਪਾਂ ਨੇ ਲੈਸ ਗ੍ਰੇਟਰ ਦੇਖ ਕੇ। ਜਿਹੜਾ ਸਾਈਕਲਿਕ ਗਰੁੱਪ ਹੋਊਗਾ ਆਪਣੇ ਕੋਲ ਉਹਦੇ ਹਰੇਕ ਐਲੀਮੈਂਟ ਕਿਸੇ ਸਿੰਗਲ ਦੀ ਪਾਵਰ ਹੋਣਗੇ, ਉਹ ਸਿੰਗਲ ਪਾਵਰ ਕਿਹਦੀ ਹੋਣਗੇ ਵਿੱਚ ਪਾਇਆ ਐਲੀਮੈਂਟ ਕਿ A ਦੀ ਪਾਵਰ ਹੋਣਗੇ, ਮਤਲਬ A ਜਨਰੇਟਰ ਇਹਦੇ ਵਿੱਚ। ਤਾਂ ਸਾਈਕਲਿਕ ਗਰੁੱਪ ਦੀ ਨੋਟੇਸ਼ਨ
लिखण का तरीका इदां होगा, जिवें इस केस च आपां लिखांगे कि यह साइक्लिक ग्रुप जनरेटेड बाय आयोटा जां साइक्लिक ग्रुप जनरेटेड बाय माइनस आयोटा, दोनों गल्लां सही ने। यह हैगा साइक्लिक ग्रुप जनरेटेड बाय ओमेगा, इहनूं आपां कहांगे साइक्लिक ग्रुप जनरेटेड बाय ओमेगा। एक होर गल इह चों दसनी हैगी आ, दसन वास्ते ही है, जे आपां नूं जनरेटर पता होवे, मान लो आपां नूं पता कोई ग्रुप आ, ओहदा जनरेटर है आयोटा, ग्रुप का जनरेटर पता, इत्थों ग्रुप बना सकते, सारा ग्रुप की बनूगा किवें, इहदियां पावर लै लो सारियां, जिन्नियां पावर्स होणगियां वो सारा ग्रुप बनाणगी, सारियां पावर जिन्नियां पॉसीबल ने, जिमें अप टू सोन लै लिया आपां आयोटा दी माइनस क्यूब, आयोटा दी -2, आयोटा दी -1, आयोटा दी पावर 0, आयोटा दी पावर 1, आयोटा दी पावर 2, आयोटा दी पावर 3, आयोटा दी पावर 4, आयोटा दी पावर 5, आयोटा दी पावर 6। जे आपां नूं जनरेटर पता होवे तो जनरेटर दे सारियां इंटैग्रल पावर ले लो, इंटैग्रल पावर सारियां, ये पक्का ग्रुप बने, ये अपनी कॉमन सेंस आ। ये आपां थ्योरम मेरे नाल थ्योरम आपां 2 वारी कर चुके हैं, जे ध्यान च होवे, हुण 2 वारी किवें कर चुके हैं थ्योरम, एक लास्ट लैक्चर कीती हैगी है, पिछले लैक्चर विच थ्योरम कीती सी मेरे नाल दी, जिहदे विच आपां ए दीयां पावरां लईआं सी, उहनूं सब कुछ शो कीता सीगा, ਉਹ मैं दस देना किवें सीगा। ਉਹਦੇ ਵਿੱਚ ਕਿਵੇਂ ਦੇਖਿਆ ਸੀ ਆਪਾਂ ਨੇ, ਜੇ ਆਰਡਰ ਆਫ A ਪਤਾ, ਆਰਡਰ ਆਫ ਆਇਓਟਾ ਕਿੰਨਾ ਹੋਊਗਾ, 4 ਹੋਊਗਾ, ਕਿਉਂਕਿ ਆਇਓਟਾ ਦੀ ਪਾਵਰ 4 ਹੀ 1 ਬਣੇਗਾ, ਉਸ ਤੋਂ ਪਹਿਲਾਂ ਕਦੇ 1 ਨਹੀਂ ਬਣਦਾ। ਆਰਡਰ ਦੀ ਗੱਲ ਕਰ ਰਹੇ, ਜੇ ਕਿਸੇ ਐਲੀਮੈਂਟ ਦਾ ਆਰਡਰ n ਆ, m ਲਾ ਲਓ, ਚਲੋ ਇਹ ਪਿਛਲੇ ਲੈਕਚਰ ਵਿੱਚ ਥਿਊਰਮ ਕੀਤੀ ਹੈਗੀ ਆ, ਉਸ ਤੋਂ ਪਹਿਲਾਂ ਵੀ ਥਿਊਰਮ ਕੀਤੀ ਆ ਆਪਾਂ ਨੇ, ਇਹ ਅੱਜ ਵੀ ਇਹਦੇ ਨਾਲ ਥਿਊਰਮ ਕਰਨੀ ਆ ਆਪਾਂ ਨੇ, ਇਹ ਕਾਫੀ ਇੰਪੋਰਟੈਂਟ ਕਨਸੈਪਟ ਹੈ ਜੀ, ਅੱਜ ਵੀ ਆਪਾਂ ਇਹਦੇ ਨਾਲ ਥਿਊਰਮ ਕਰਾਂਗੇ। ਤਾਂ ਜਿਹੜੇ ਇਹ ਐਲੀਮੈਂਟਸ ਹੋਣਗੇ a ਦੀ ਪਾਵਰ 0, a ਦੀ ਪਾਵਰ 1, a ਦੀ ਪਾਵਰ 2 ਅਪ ਟੂ ਸੋਨ a ਦੀ ਪਾਵਰ m, ਜਿੰਨੀਆਂ ਵੀ ਆਪਾਂ a ਦੀਆਂ ਇੰਟੈਗਰਲ ਪਾਵਰ ਬਣਾਵਾਂਗੇ, ਜਿੰਨੇ ਵੀ ਇੰਟੈਗਰਲ ਪਾਵਰ ਬਣਾਵਾਂਗੇ, ਜਿਵੇਂ ਆਪਾਂ ਬਣਾਈਆਂ ਸੀਗੀਆਂ a ਦੀ ਪਾਵਰ -3, a ਦੀ ਪਾਵਰ 2, a ਦੀ ਪਾਵਰ -1, a ਦੀ ਪਾਵਰ 1, 0, a ਦੀ ਪਾਵਰ 1, a ਦੀ ਪਾਵਰ 2, ਜਿੰਨੀਆਂ ਵੀ ਇੰਟੈਗਰਲ ਪਾਵਰ ਬਣਾਵਾਂਗੇ ਆਪਾਂ, ਉਹਨਾਂ ਇੰਟੈਗਰਲ ਪਾਵਰ ਦੇ ਵਿੱਚੋਂ ਆਹ ਲੈ ਲਓ, ਚਲੋ ਉਹਨਾਂ ਇੰਟੈਗਰਲ ਪਾਵਰ ਦੇ ਵਿੱਚੋਂ ਇਹ ਸਾਰਿਆਂ ਵਿੱਚੋਂ ਡਿਸਟਿੰਕਟ ਸਿਰਫ ਆਹੀ ਹੋਣਗੇ, ਬਾਕੀ ਸਾਰੇ ਜਿਹੜੇ ਐਲੀਮੈਂਟ ਇਹਦੇ ਵਿੱਚੋਂ ਹੀ ਬਣਨਗੇ। ਇਹ ਲਾਸਟ ਲੈਕਚਰ ਵਿੱਚ ਵੀ ਪ੍ਰੂਵ ਕੀਤਾ ਆਪਾਂ ਨੇ, ਤੇ ਪਹਿਲਾਂ ਵੀ ਪ੍ਰੂਵ ਕੀਤਾ। ਮਤਲਬ ਆਰਡਰ ਪਤਾ ਹੋਵੇ ਕਿਸੇ ਐਲੀਮੈਂਟ ਦਾ, ਉਹਦੀ ਪਾਵਰ 1 ਤੋਂ ਲੈ ਕੇ ਆਰਡਰ ਤੱਕ ਸਿਰਫ ਇਹੀ ਡਿਸਟਿੰਕਟ ਐਲੀਮੈਂਟਸ ਹੋਣਗੇ, ਤੇ ਇਹ ਪੱਕਾ ਸਬ ਗਰੁੱਪ ਬਣੇਗਾ। ਇਹ ਕੀਤਾ ਹੋਇਆ ਪਹਿਲਾਂ ਆਪਾਂ ਨੇ, ਅੱਜ ਵੀ ਇਹੀ ਕੰਮ ਕਰਨਾ ਸਾਰਾ ਆਪਾਂ ਨੇ। ਇਹ ਪੱਕਾ ਸਬ ਗਰੁੱਪ ਸ਼ੋ ਕੀਤਾ, ਮਤਲਬ ਕਿ ਜਿੰਨੀਆਂ ਮਰਜ਼ੀ ਪਾਵਰ ਬਣਾ ਲਓ A ਦੀਆਂ ਇੰਟੈਗਰਲ, ਉਹਨਾਂ ਵਿੱਚੋਂ ਡਿਸਟਿੰਕਟ ਪਾਵਰ ਸਿਰਫ ਇਹੀ ਹੋਣਗੇ, ਬਾਕੀ ਕੋਈ ਹੋਰ ਬਣਾਓਗੇ ਉਹ ਸੇਮ ਮੈਚ ਕਰਨਗੇ। ਇਹ 2 ਤਰੀਕੇ ਕੀਤੇ ਸੀ। ਗਰੁੱਪ ਵਿੱਚ ਥਿਊਰਮ ਕੀਤੀ ਸੀ ਆਪਾਂ, ਇੱਥੋਂ ਸ਼ੁਰੂ ਕੀਤਾ ਸੀਗਾ ਜੀ ਗਰੁੱਪ ਦੇ ਵਿੱਚ। ਜਿਹੜੀ ਲਾਸਟ ਲੈਕਚਰ ਥਿਊਰਮ ਕਰਵਾਈ, ਪਿਛਲੇ ਲੈਕਚਰ ਥਿਊਰਮ ਕਰਵਾਈ ਹੈਗੀ ਆ ਜੀ, ਉਹਦੇ ਚ ਆਪਾਂ ਇਦਾਂ ਕੀਤਾ, ਦੋਨੇ ਗੱਲਾਂ ਸੇਮ ਜਿਸ ਤਰ੍ਹਾਂ ਮਰਜ਼ੀ ਆਪਾਂ ਕਰ ਸਕਦੇ ਹਾਂ। ਮਤਲਬ ਮੈਂ ਇਹ ਗੱਲ ਕਰਦਾ, ਹੁਣ ਇਹਦਾ ਆਰਡਰ ਪਤਾ ਹੈਗਾ ਤਾਂ ਇਹ ਸਾਰੀਆਂ ਪਾਵਰ ਗਰੁੱਪ ਬਣਾਉਣਗੇ, ਪਰ ਇਹਦੇ ਵਿੱਚ ਡਿਸਟਿੰਕਟ ਪਾਵਰ ਕਿਹੜੀਆਂ ਹੋਣਗੀਆਂ, ਆਰਡਰ ਤੋਂ ਲੱਗ ਰਿਹਾ ਪਤਾ, ਡਿਸਟਿੰਕਟ ਪਾਵਰ ਸਿਰਫ 4 ਹੋਣਗੀਆਂ, 1 ਆਇਓਟਾ ਸਕੁਅਰ, ਆਇਓਟਾ ਕਿਊਬ, ਆਇਓਟਾ 4, ਬਸ ਡਿਸਟਿੰਕਟ ਆਹੀ ਹੋਣਗੀਆਂ, ਬਾਕੀ ਸਾਰੀਆਂ ਦਾ ਮੈਚ ਕਰਨਾ। ਤਾਂ ਇਹ ਪੱਕਾ ਗਰੁੱਪ ਬਣ ਜਾਏਗਾ। ਗਰੁੱਪ ਕਿੰਨਾ ਹੋਗਾ ਦੇਖ ਲਓ, ਇਹ ਆਇਓਟਾ ਹੋ ਗਿਆ, ਇਹ -1, ਇਹ ਮਾਈਨਸ ਆਇਓਟਾ, ਇਹ 1, ਇਹ ਚੈੱਕ ਕਰ ਲਓ, ਗਰੁੱਪ ਬਣ ਜਾਏਗਾ। ਜੇ ਆਪਾਂ ਨੂੰ ਜਨਰੇਟਰ ਪਤਾ ਹੋਵੇ, ਉੱਥੋਂ ਗਰੁੱਪ ਕਿੱਦਾਂ ਬਣਾਉਣਾ, ਜਨਰੇਟਰ ਦੀਆਂ ਪਾਵਰ ਲੈ ਲਓ ਸਾਰੀ ਜਿੰਨੀਆਂ ਬਣਨਗੀਆਂ, ਉਹਨਾਂ ਵਿੱਚੋਂ ਸਿਰਫ ਉਹੀ ਪਾਵਰਸ ਆਪਾਂ ਲਵਾਂਗੇ ਆਰਡਰ ਦੇਖ ਕੇ। ਜੇ ਆਰਡਰ 4 ਆ, ਸਿਰਫ 1 ਤੋਂ ਲੈ ਕੇ 4 ਤੱਕ ਪਾਵਰਾਂ ਹੋਣਗੀਆਂ, ਕਿਉਂਕਿ ਸਿਰਫ ਆਹੀ ਡਿਸਟਿੰਕਟ ਹੋਣਗੀਆਂ, ਬਾਕੀ ਸੇਮ ਹੋਣਗੀਆਂ। ਇਹ ਪਹਿਲਾਂ ਕਰ ਚੁੱਕੇ ਹਾਂ, ਅੱਜ ਵੀ ਥਿਊਰਮ ਕਾਫੀ ਇੰਪੋਰਟੈਂਟ ਥਿਊਰਮ ਕਰਨੀ ਹੈਗੀ ਆ, ਉਹਦੇ ਵਿੱਚ ਵੀ ਇਹੀ ਕਨਸੈਪਟ ਆਊਗਾ ਕਿ ਇਹੀ ਡਿਸਟਿੰਕਟ ਕਿਉਂ ਹੋਣਗੀਆਂ। ਚਲੋ ਇਹ ਥਿਊਰਮ ਆਪਾਂ ਕਰਨੀ ਆ, ਕਾਫੀ ਇੰਪੋਰਟੈਂਟ ਥਿਊਰਮ ਕਰਾਂਗੇ ਜੀ। ਇਹ ਰੱਦ ਕਰ ਲਈਏ ਪਹਿਲਾਂ।
बाकी थ्योरम ना तैयार करी जाओ जी, नहीं तो फिर कन्फ्यूजन हो जाओगी कि थ्योरम केड़ी किवें स्टार्ट करनी है। चलो मैं स्टेटमेंट बोल रहा जी, तुसीं भी देख लो। ये थ्योरम काफी इंपॉर्टेंट है जी। प्रूव दैट a group of order n is cyclic if and only if it has an element of order n। ਇਹ ਥਿਊਰਮ ਦਾ ਪ੍ਰੂਫ ਵੀ ਇੰਪੋਰਟੈਂਟ ਹੈ, ਸਟੇਟਮੈਂਟ ਵੀ ਕਾਫੀ ਇੰਪੋਰਟੈਂਟ ਹੈ। ਸਟੇਟਮੈਂਟ ਤੋਂ ਆਪਾਂ ਤੁਹਾਨੂੰ ਪਹਿਲਾਂ ਕਿਹਾ ਸਟੇਟਮੈਂਟ ਯਾਦ ਰੱਖੋ ਜੀ, ਪਰ ਇਹ ਸਟੇਟਮੈਂਟ ਕਾਫੀ ਇੰਪੋਰਟੈਂਟ ਹੈ ਜੀ। ਚਲੋ ਪਹਿਲਾਂ ਪ੍ਰੂਫ ਕਰਦੇ ਹਾਂ, ਫਿਰ ਸਟੇਟਮੈਂਟ ਦੇਖਾਂਗੇ ਬਾਅਦ ਚੋਂ ਆਪਾਂ। ਮਤਲਬ ਕਿ ਆਪਣੇ ਕੋਲ ਦੋ ਪਾਰਟ ਆ ਗਏ ਇਹਦੇ ਵਿੱਚ। ਪਹਿਲਾਂ ਜੀ ਦਿੱਤਾ ਹੋਇਆ ਆਪਣਾ ਸਾਈਕਲਿਕ ਗਰੁੱਪ ਆਫ ਆਰਡਰ, ਜੀ ਆਫ ਆਰਡਰ n ਤਾਂ ਹੈਗਾ। ਪਹਿਲਾ ਹੈਗਾ ਆਪਣੇ ਕੋਲ ਸਾਈਕਲਿਕ if and only if it has an element of order n। ਸੋ ਦੇਖੋ ਧਿਆਨ ਨਾਲ, ਪਹਿਲਾਂ ਆਪਾਂ ਕਰ ਰਹੇ ਹਾਂ ਇਹਦੇ ਵਿੱਚ if ਪਾਰਟ ਕਰ ਰਹੇ ਹਾਂ, ਜਿਹੜਾ ਮਰਜੀ ਪਾਰਟ ਪਹਿਲਾਂ ਕਰ ਲਓ। if ਪਾਰਟ ਤੋਂ ਲੰਬਾ ਹੈਗਾ ਉਹ ਪਹਿਲਾਂ ਕਰ ਰਹੇ ਹਾਂ। if ਪਾਰਟ ਵਿੱਚ ਕੀ ਹੋਏਗਾ, we are given that there exists A belongs to T such that order of A equal to n। also ਇਹ ਦਿੱਤਾ ਹੋਇਆ ਆਪਾਂ ਨੂੰ ਗਰੁੱਪ ਦਾ ਆਰਡਰ ਕਿੰਨਾ ਹੈਗਾ, ਉਹ ਵੀ n ਹੈਗਾ। ਤੇ we are to prove that G is cyclic। G ਨੂੰ ਆਪਾਂ ਨੇ ਸਾਈਕਲਿਕ ਸ਼ੋ ਕਰਨਾ। ਸਾਈਕਲਿਕ ਗਰੁੱਪ ਮਤਲਬ कैपिटल G का हरेक एलिमेंट किसी एक एलिमेंट की पावर आप लिख सकते हैं इंटैगरल पावर, पर जी साइक्लिक कहांगे। पहले इफ पार्ट कर रहे, पार्ट जो बाद होंदा वो अपन गिवन होंदा किसी एलिमेंट का ऑर्डर जो है एक ग्रुप नाल मैच कर रहा है। दिता है अपन कोई भी एलिमेंट एक एलिमेंट का ऑर्डर जो ग्रुप नाल मैच कर रहा है, तो आप शो करना कि जी पक्का की होगा अपने को साइक्लिक होगा, जी पक्का साइक्लिक होगा। ਹੁਣ ਇਹ ਸਾਰਾ ਕੰਮ ਜੋ ਹੈ ਇਹ ਜਿਵੇਂ ਲਾਸਟ ਥਿਊਰਮ ਕੀਤੀ ਉਦਾਂ ਹੀ ਕਰ ਰਹੇ ਸਾਰਾ। ਦੇਖੋ ਜੀ ਸਾਰਾ ਉਹ ਵੀ ਲੈ ਰਿਹਾ ਜੀ, ਲੈਟ ਕੀਤਾ ਸਾਰਾ ਪ੍ਰੂਫ ਉਦਾਂ ਹੈ ਜੀ। ਲੈਟ ਕੀਤਾ h ਇਕੁਅਲ ਟੂ ਜੋ ਆਪਾਂ ਨੇ ਪਿਛਲੇ ਲੈਕਚਰ 'ਚ ਥਿਊਰਮ ਲਈ ਸੀ, ਪ੍ਰੂਵ ਕੀਤੀ ਸੀ। ਬਸ ਉਹਦੇ 'ਚ m ਲਿਆ ਸੀ, ਇਹਦੇ 'ਚ n ਲਿਆ, ਬਸ ਆਹ ਫਰਕ। ਇਹ ਆਪਾਂ ਲੈ ਲਿਆ ਸਾਰਾ ਉਹੀ ਪ੍ਰੂਵ ਕਰਾਂਗੇ ਜੀ। ਪਹਿਲਾਂ ਇਹਨੂੰ ਸ਼ੋ ਕਰਾਂਗੇ ਕਿ ਇਹ ਸਬ ਗਰੁੱਪ ਹੈ। ਨਾਓ ਆਪਾਂ ਪਹੁੰਚਣਾ ਕਿੱਥੇ, ਦੇਖੋ ਜੀ h ਨੂੰ ਆਪਾਂ g ਦੇ ਇਕੁਅਲ ਸ਼ੋ ਕਰਨਾ, h ਨੂੰ ਆਪਾਂ g ਦੇ ਇਕੁਅਲ ਸ਼ੋ ਕਰਨਾ ਜੀ। ਇਹ ਸ਼ੋ ਕਰਾਂਗੇ ਆਪਾਂ। ਤੇ ਦੋ ਸੈਟ ਬਰਾਬਰ ਕਿਵੇਂ ਕਰਾਂਗੇ, ਦੋ ਤਰੀਕੇ ਕੀਤੇ ਹੋਏ ਨੇ ਆਪਾਂ ਨੇ। मैं सब तो पहला तरीका किया सी आपां यूज करांगे कि h सबसेट ऑफ g शो करांगे ते ऑर्डर ऑफ h इज इक्वल टू ऑर्डर ऑफ g करांगे। ये एलिमेंट सारे ਇਹਦੇ ਵਿੱਚ ਨੇ, ਨੰਬਰ ऑफ एलिमेंट सेम ने, ये ਤਾਂ ਹੀ पॉसिबल है दोनों सेट आपस की होंगे इक्वल होंगे। ये वाला कांसेप्ट ਆਪਾਂ ਚ सब तो स्टार्टिंग ਚ यही कांसेप्ट यूज ਕੀਤਾ ਸੀ ਆਪਾਂ ਨੇ दो सेट ਨੂੰ ਬਰਾਬਰ ਕਰਨ ਵਾਸਤੇ ਪਿਛਲੀ ਥਿਊਰਮਾਂ ਦੇ ਵਿੱਚ। ਨਾਓ ऑर्डर ऑफ, मैं थोड़ा तेज करूंगा जी, पहले कर चुके हैं, तीजी बारी कर रहे हैं थ्योरम में। ऑर्डर ऑफ ए एन तेरा मतलब की होगा ए दी पावर एन पक्का ई होगी, ते ए लीस्ट पॉजिटिव इंटैग्रल पावर होगी जिहदे वास्ते ये ई बनेगा। हुण आपां ने नाओ ए दी पावर 0 पक्का ई होगी, चाहे ए दी पावर एन लो चाहे ए दी पावर 0 लो। ए दी पावर 0 पक्का ई होगी तो ए दी पावर 0 पक्का h च आ रही है, तो h की हो गया अपने को ए पक्का h च आऊगा। देयरफॉर h जो है वो नॉन एम्प्टी हो गया। सब ग्रुप शो करना अपन नॉन एम्प्टी शो करांगे, सबसेट शो करांगे। आल्सो जो a है वो g विच आ रहा है,
दिस इंप्लाइज या देयरफॉर H ਦੇ ਸਾਰੇ एलिमेंट G ਵਿੱਚ ਆਣਗੇ बिकॉज G is group and by closure comma inverse property। ਜਿਵੇਂ ਆਪਾਂ ਲਾਸਟ ਲੈਕਚਰ ਕੀਤਾ ਸੀ ਉਦਾਂ ਹੀ ਹੈ ਸਰ। ਕਲੋਜ਼ਰ ਪ੍ਰੋਪਰਟੀ ਨਾਲ ਇਹ ਵਾਲਾ ਐਲੀਮੈਂਟ ਆਣਗੇ, ਇਹ ਇਹਦਾ ਇਨਵਰਸ ਹੈਗਾ ਤਾਂ ਇਹ ਵੀ ਸਾਰੇ ਐਗਜ਼ਿਸਟ ਕਰਨਗੇ ਇਹਦੇ ਵਿੱਚ। ਤਾਂ ਸਾਰੇ ਐਲੀਮੈਂਟ G ਵਿੱਚ ਹੀ ਆ ਗਏ ਤਾਂ ਸਬਸੈਟ ਆਫ G ਹੋ ਗਿਆ। ਹੁਣ ਕਰਨਾ ਕੀ ਹੈ, ਆਪਾਂ ਲੈਟ ਕਰਾਂਗੇ ਕੋਈ 2 x y h ਚ ਲੈ ਲੇ। देयरफॉर x ਕੀ ਹੋਊਗਾ, ਪੱਕਾ a ਦੀ ਪਾਵਰ ਹੋਊਗਾ n1 ਐਂਡ y ਵੀ ਪੱਕਾ a ਦੀ ਪਾਵਰ ਹੋਊ ਕੋਈ ਨਾ ਕੋਈ, ਇਹ ਸਾਰੀਆਂ a ਦੀਆਂ ਪਾਵਰਾਂ ਨੇ ਇਹਦੇ ਵਿੱਚ। n1 ਤੇ n2 ਕੀ ਨੇ ਆਪਣੇ ਕੋਲ, n1 n2 ਬਿਲੋਂਗਸ ਟੂ ਇੰਟੀਜਰਸ। ਤਾਂ ਇੱਥੋਂ ਲਿਆ ਆਪਾਂ ਨੇ ਹੋਣੀ x y ਇਨਵਰਸ x y ਦਾ ਇਨਵਰਸ ਇਹ ਆਊਗਾ a ਦੀ ਪਾਵਰ n1 ਐਂਡ n2। ਇਹ ਪੱਕਾ h ਚ ਆਊਗਾ ਬਿਕੋਜ਼ n1 n2 ਵੀ ਇੰਟੀਜਰ ਹੋਊਗਾ। ਕਿਉਂ? ਕਿਉਂਕਿ ਦੋਨੇ ਇੰਟੀਜਰ ਨੇ, ਇੰਟੀਜਰ ਦਾ ਡਿਫਰੈਂਸ ਇੰਟੀਜਰ ਹੀ ਹੁੰਦਾ ਹੈ ਤੇ a ਦੀਆਂ ਸਾਰੀਆਂ ਇੰਟੈਗਰਲ ਪਾਵਰ ਆਪਾਂ h ਚ ਪਾਈਆਂ ਨੇ। ਦੇਅਰਫੋਰ h ਕੀ ਬਣ ਗਿਆ, h ਇਜ਼ सबग्रुप ऑफ G, H सबग्रुप ऑफ G हो। ਹੁਣ ਇਸ ਤੋਂ ਬਾਅਦ ਆਪਾਂ ਸ਼ੋ ਕਰਨਾ ਹੈ ਕਿ H ਵਿੱਚ ਜੋ ਐਲੀਮੈਂਟਸ ਹੈਗੇ ਨੇ, H ਵਿੱਚ ਜੋ ਐਲੀਮੈਂਟਸ ਨੇ ਉਹ ਡਿਸਟਿੰਕਟ ਐਲੀਮੈਂਟ ਬਸ 1 ਤੋਂ ਲੈ ਕੇ m ਤੱਕ ਹੋਣਗੇ। ਕੰਸੀਡਰ ਇੱਕ ਸੈੱਟ ਮੰਨ ਲਿਆ a ਦੀ ਪਾਵਰ 1 a ਦੀ ਪਾਵਰ 2 a ਦੀ ਪਾਵਰ 3 ਅਪ ਟੂ ਸੋਨ a ਦੀ ਪਾਵਰ n। ਇਹ ਸੈੱਟ ਲੈ ਲਿਆ, ਲੈਟ ਕਰ ਲਿਆ। ਆਪਾਂ ਕੋਈ ਵੀ ਆਪਾਂ ਨੇ a ਦੀ ਪਾਵਰ ਲੈ ਲਈ, a ਦੀ ਪਾਵਰ q ਜਿਹੜੀ ਮਰਜ਼ੀ ਲੈ ਲਓ। a ਦੀ ਪਾਵਰ q ਆਪਾਂ ਕੋਈ ਵੀ h ਚੋਂ ਲੈ ਲਈ। ਉਹ ਦੱਸਣਾ ਕਿ ਵੇਅਰ Q belongs to integer। ਦੱਸਾਂਗੇ ਜਿਹੜੀ ਮਰਜ਼ੀ ਪਾਵਰ ਲੈ ਲਓ ਇਹਦੇ ਵਿੱਚੋਂ ਹੀ ਹੋਊਗੀ। ਤਾਂ ਕੀਤਾ ਆਪਾਂ Q ਨੂੰ ਜਿਹੜਾ ਹੈਗਾ ਇਹ m ਤੇ ਡਿਵਾਈਡ ਕਰ ਦਾਂਗੇ। ਇੱਥੇ Q1 ਲੈ ਲਿਆ, ਇੱਥੇ ਆਪਾਂ r ਲੈ ਲਿਆ ਇੰਟੀਜਰ। ਤਾਂ ਦੇਅਰਫੋਰ a ਦੀ ਪਾਵਰ q ਨੂੰ ਆਪਾਂ ਲਿਖ ਸਕਦੇ ਹੈਗੇ ਆ a ਦੀ ਪਾਵਰ m q1 ਪਲੱਸ r ਰਿਮਾਈਂਡਰ ਹੋ ਗਿਆ। ਰਿਮਾਈਂਡਰ ਜੋ ਹੈ ਨॉन ਨੈਗੇਟਿਵ ਹੁੰਦਾ ਅਤੇ m ਤੋਂ ਛੋਟਾ ਹੁੰਦਾ ਹੈ, ਨॉन ਨੈਗੇਟਿਵ ਐਂਡ m ਤੋਂ ਲੈਸ ਹੋਊਗਾ। ਤਾਂ ਇਹਨੂੰ ਲਿਖ ਲਿਆ ਆਪਾਂ a ਦੀ ਪਾਵਰ m Q1 into a ਦੀ ਪਾਵਰ r, ਇਹ e ਹੋ ਗਿਆ, e ਦੀ ਪਾਵਰ ਥੋੜਾ ਫਰਕ ਰੱਖ ਲਿਓ। ਇਹਦੇ ਵਿੱਚ ਆਪਾਂ m ਨਹੀਂ ਮੰਨਿਆ ਸੀਗਾ, ਆਪਾਂ n ਲਿਆ ਸੀਗਾ ਜੀ। a ਦੀ ਪਾਵਰ n e ਹੈ ਨਾ, ਇਹ ਥੋੜਾ ਦੇਖ ਲਿਓ। ਤਾਂ ਇਹ ਆਪਾਂ n ਤੇ ਡਿਵਾਈਡ ਕਰਾਂਗੇ ਬਿਕੋਜ਼ a ਦੀ ਪਾਵਰ n e ਹੈ। ਇਹ Q1 ਆ ਗਿਆ ਇੰਟੂ a ਦੀ ਪਾਵਰ r ਬਿਕੋਜ਼ a ਦੀ ਪਾਵਰ n ਪੱਕਾ e ਹੈ ਇਹਦੇ ਚ, ਤੇ a ਦੀ ਪਾਵਰ r ਆ ਗਿਆ। ਜ਼ੀਰੋ ਲੈਸ ਦੈਨ r ਲੈਸ ਦੈਨ n। ਹੁਣ ਪਹਿਲਾਂ ਵੀ ਕੀਤਾ ਸੀ ਆਪਾਂ ਨੇ, ਜਿਹੜੀ ਆਹ ਟਰਮ ਹੈਗੀ ਆ ਇਹਦਾ ਵਰਗਾ ਕੀ ਬਣਿਆ, ਕੋਈ ਵੀ ਪਾਵਰ ਲਵਾਂਗੇ ਉਹ ਇਹ ਪਾਵਰਾਂ ਦੇ ਬਰਾਬਰ ਆਊਗਾ। ਗੌਰ ਨਾਲ ਦੇਖਿਓ, ਜਿਵੇਂ a ਦੀ ਪਾਵਰ 0, a ਦੀ ਪਾਵਰ 1, a ਦੀ ਪਾਵਰ 2, a ਦੀ ਪਾਵਰ m-1।
ਜੇ ਆਪਾਂ ਕੋਈ ਵੀ ਪਾਵਰ ਲਵਾਂਗੇ a ਦੀ, ਉਹ ਇਹਨਾਂ ਵਿੱਚੋਂ ਕੋਈ ਇੱਕ ਪਾਵਰ ਬਣੇਗੀ, ਇਹਨਾਂ ਵਿੱਚੋਂ ਕੋਈ ਇੱਕ ਪਾਵਰ ਬਣੇਗੀ, ਕਿਉਂਕਿ ਆਪਾਂ a0 ਤੋਂ ਸਟਾਰਟ ਕਰਨਾ ਹੈਗਾ ਤੇ m ਤੋਂ ਘੱਟ ਕਿੰਨਾ ਹੋਊਗਾ, m-1 ਤੱਕ ਜਾਣਾ, ਜੇ ਪਿੱਛੇ ਕੀਤਾ ਹੋਇਆ ਇੱਥੇ ਵੀ n ਆਉਣਾ ਸੀ, ਸੌਰੀ। ਇਸ ਤੋਂ ਬਾਅਦ ਹੁਣ ਇਹ ਪਾਵਰ ਅਤੇ ਇਹਦੇ 'ਚ ਕੋਈ ਫਰਕ ਨਹੀਂ ਹੈ, ਇਹ ਵੀ e ਆ, ਇਹ ਵੀ e ਆ, ਫਰਕ ਕੋਈ ਨਹੀਂ ਹੈਗਾ ਇਹਦੇ ਵਿੱਚ, ਤਾਂ ਇੱਕੋ ਗੱਲ ਬਣ ਗਈ। ਤਾਂ ਲਿਖ ਲਵਾਂਗੇ ਆਪਾਂ ਕਿ a ਦੀ ਪਾਵਰ q, a ਦੀ ਪਾਵਰ r, ਇਸ ਕੇਸ ਕਹਿ ਸਕਦੇ ਹਾਂ 1 ਲੈਸ ਦੈਨ r ਲੈਸ ਦੈਨ n। ਕਿਉਂ? ਕਿਉਂਕਿ a ਦੀ ਪਾਵਰ 0 ਅਤੇ a ਦੀ ਪਾਵਰ n ਦੋਨੇ e ਨੇ। ਤਾਂ ਕੋਈ ਹੋਰ ਪਾਵਰ ਲਓਗੇ ਤਾਂ ਇਹਨਾਂ ਵਿੱਚੋਂ ਹੀ ਕੋਈ ਇੱਕ ਪਾਵਰ ਆਊਗੀ, ਪਹਿਲੀ ਗੱਲ। ਦੂਜੀ ਗੱਲ, ਹੁਣ ਇਹ ਵੀ ਸ਼ੋਅ ਕਰਨਾ ਆਪਾਂ ਨੇ ਕਿ ਇਹਨਾਂ ਚੋਂ ਕੋਈ ਇਹਨੇ ਕਾਊਂਟਿੰਗ ਕਰਨੀ ਹੈ ਬਾਅਦ ਚੋਂ ਆਪਾਂ ਜੀ। ਇਹਨੇ ਕਾਊਂਟਿੰਗ ਆਪਾਂ ਤਾਂ ਕਰ ਸਕਦੇ ਹੈਗੇ ਜੇ ਆਪਾਂ ਸ਼ੋਅ ਕਰਾਂਗੇ ਕਿ ਇਹ ਸਾਰੇ ਡਿਸਟਿੰਕਟ ਨੇ। ਇਹ ਕੋਈ ਫਰਕ ਨਹੀਂ ਪੈਂਦਾ ਹੈਗਾ, ਜਿਹੜਾ ਪਹਿਲਾਂ ਲਾਸਟ ਨੂੰ ਕਰਵਾਈ ਸੀ ਉਹ ਡਿਸਟਿੰਕਟ ਵਾਲਾ ਪਹਿਲਾਂ ਸ਼ੋਅ ਕੀਤਾ ਹੈਗਾ ਤੇ ਐਨੀ ਵਾਲਾ ਬਾਅਦ ਚ, ਜਿਸ ਤਰ੍ਹਾਂ ਮਰਜ਼ੀ ਸਟੈਪ ਕਰ ਸਕਦੇ ਹੈਗੇ। ਇਹਦੇ ਸ਼ੋਅ ਕੀਤਾ ਕਿ ਕੋਈ ਵੀ ਐਲੀਮੈਂਟ ਲਓਗੇ ਇਹਦੇ ਵਿੱਚੋਂ ਆਊਗਾ, ਉਸ ਸਟੈਪ ਬਾਅਦ ਚ ਸ਼ੋਅ ਕੀਤਾ ਸੀ ਆਪਾਂ ਨੇ, ਇਹ ਚ ਪਹਿਲਾਂ ਸ਼ੋਅ ਕਰਦੇ, ਜਿਸ ਤਰ੍ਹਾਂ ਮਰਜ਼ੀ ਕਰ ਸਕਦੇ, ਫਰਕ ਕੋਈ ਨਹੀਂ ਪੈਂਦਾ ਹੈਗਾ। if possible, suppose ਕਰ ਲੈਣਾ ਵਿੱਚੋਂ ਕੋਈ ਦੋ ਸੇਮ ਨੇ, if possible a ਦੀ ਪਾਵਰ i equal to a ਦੀ ਪਾਵਰ j, ਜਿਹੜੇ i ਤੇ j ਨੇ ਉਹ ਆਪਾਂ ਏਦਾਂ ਮੰਨਣੇ i j ਬਰਾਬਰ ਨਹੀਂ ਹੈਗੇ, less than equal to n, ਜੋ i ਹੈ ਉਹ j ਨਾਲੋਂ ਵੱਡਾ ਮੰਨਿਆ, ਜਿਸ ਤਰ੍ਹਾਂ ਮਰਜ਼ੀ ਕਰ ਲਓ। ਬਾਕੀ therefore ਉਵੇਂ a ਦੀ ਪਾਵਰ i, a ਦੀ ਪਾਵਰ ਮਾਈਨਸ j ਲੈ ਲਿਆ, a ਦੀ ਪਾਵਰ i ਮਾਈਨਸ j ਹੋ ਗਿਆ, j ਮਾਈਨਸ j, ਇੱਥੇ ਪਹਿਲਾਂ j ਪਾ ਲਓ, ਦੋਨੇ ਪਾਸੇ ਆਪਾਂ ਨੇ ਪੋਸਟ ਮਲਟੀਪਲਾਈ ਕਰਤਾ a ਦੀ ਪਾਵਰ ਮਾਈਨਸ j ਨਾਲ, ਇਹ a ਦੀ ਪਾਵਰ i ਮਾਈਨਸ j ਹੋ ਗਿਆ, ਇਹ e ਬਣ ਗਿਆ। ਹੁਣ i ਮਾਈਨਸ j ਦੱਸਿਆ ਸੀਗਾ, ਜਿਹੜਾ i ਮਾਈਨਸ j ਹੈਗਾ ਉਹਦੀ ਘੱਟ ਤੋਂ ਘੱਟ ਵੈਲਿਊ ਕਿੰਨੀ ਆਊਗੀ, 1 ਡਿਫਰੈਂਸ, ਵੱਧ ਤੋਂ ਵੱਧ ਵੈਲਿਊ ਕਿੰਨੀ ਆਊਗੀ, m-1। ਇਹ ਨਾਟ ਪੋਸੀਬਲ, ਇਹ ਨਾਟ ਪੋਸੀਬਲ ਕਿਉਂ? ਬਿਕੋਜ਼ ਜਿਹੜਾ ਆਰਡਰ ਆਫ a ਆ n, ਇੱਥੇ n ਹੋਣਾ ਸੀ, ਜਿਹੜਾ ਆਰਡਰ ਆਫ a ਹੈਗਾ ਉਹ n ਸਪੋਜ਼ ਕੀਤਾ ਹੈ। ਆਰਡਰ ਆਫ a n ਦਾ ਮਤਲਬ ਕੀ ਬਣ ਗਿਆ ਕਿ ਲੀਸਟ ਪਾਵਰ ਇਹੀ ਹੋਊਗੀ ਜਿਹਦੇ ਵਾਸਤੇ e ਬਣੇਗਾ। ਇਸ ਤੋਂ ਪਹਿਲਾਂ i ਮਾਈਨਸ ਇਸ ਤੋਂ ਛੋਟੀ ਪਾਵਰ ਆ, ਇਸ ਤੋਂ ਪਹਿਲੀ ਛੋਟੀ ਪਾਵਰ ਵਾਸਤੇ ਕਦੇ e ਨਹੀਂ ਬਣ ਸਕਦਾ। therefore all elements of a ਦੀ ਪਾਵਰ ਸਕੁਅਰ aq up to soon a ਦੀ ਪਾਵਰ n are distinct, ਇਹ ਸਾਰੇ ਡਿਸਟਿੰਕਟ ਹੋ ਗਏ। ਤਾਂ ਕੀ ਸ਼ੋ ਕਰਤਾ ਆਪਾਂ ਨੇ, ਗੌਰ ਨਾਲ ਦੇਖਿਓ, ਆਪਾਂ ਸ਼ੋ ਕੀਤਾ ਹੈਗਾ therefore h ਵਿੱਚ ਸਿਰਫ ਆਹੀ ਐਲੀਮੈਂਟਸ ਹੋਣਗੇ ਜੀ, h ਵਿੱਚ ਸਿਰਫ ਡਿਸਟਿੰਕਟ ਐਲੀਮੈਂਟ ਆਹੀ ਹੋਣਗੇ, ਹੋਰ ਕੋਈ ਨਹੀਂ ਹੋਊਗਾ। ਇਹਨੂੰ ਆਪਾਂ ਗਰੁੱਪ ਨਹੀਂ ਸ਼ੋ ਕੀਤਾ ਹੈਗਾ, ਹੁਣੀ ਸਬ ਗਰੁੱਪ ਹੀ ਹੁੰਦਾ ਹੈਗਾ। ਗੌਰ ਨਾਲ ਦੇਖੋ ਕਿ h ਦਾ ਹਰੇਕ ਐਲੀਮੈਂਟ ਕਿਸੇ ਇੱਕ ਐਲੀਮੈਂਟ ਦੀ ਪਾਵਰ ਨਹੀਂ ਹੈ, ਇਹ h ਦੇ ਹਰੇਕ ਐਲੀਮੈਂਟ a ਦੀ ਪਾਵਰ ਦੀ ਫਾਰਮ ਤੇ ਲਿਖ ਸਕਦੇ ਹਾਂ। ਤਾਂ h ਨੂੰ ਆਪਾਂ ਸਾਈਕਲਿਕ ਗਰੁੱਪ ਕਹਿ ਸਕਦੇ ਹਾਂ। ਸਾਈਕਲਿਕ ਗਰੁੱਪ ਕਿਹੜਾ ਹੁੰਦਾ ਹੈ, ਜਿਹ ਚ ਹਰੇਕ ਐਲੀਮੈਂਟ ਕਿਸੇ ਇੱਕ ਦੀ ਪਾਵਰ ਲਿਖ ਸਕਦੇ ਹਾਂ। ਹਰੇਕ ਐਲੀਮੈਂਟ ਦੇਖੋ ਕਿਸੇ ਇੱਕ ਦੀ ਪਾਵਰ ਹੈ, a ਦੀ ਪਾਵਰ ਦੀ ਫਾਰਮ ਦੇ ਵਿੱਚ ਆ, ਤਾਂ ਆਪਾਂ h ਨੂੰ ਕਹਿ ਸਕਦੇ ਹੈਗੇ ਆ ਇਹ ਸਾਈਕਲਿਕ ਗਰੁੱਪ ਆ। ਤੇ ਜਨਰੇਟਰ ਕੀ ਆ, a। ਜਨਰੇਟਰ a ਮਤਲਬ ਜਨਰੇਟਰ ਉਹ ਹੁੰਦਾ ਹੈਗਾ ਜਿਹਦੇ ਐਲੀਮੈਂਟ ਦੀ ਪਾਵਰ ਲਿਖ ਰਿਹਾ, ਮੈਂ ਸਾਰਾ h ਸੈੱਟ a ਤੋਂ ਬਣ ਰਿਹਾ, ਬਸ a ਦੀ ਪਾਵਰ ਲਈ ਜਾਓ, ਸਾਰਾ h ਸੈੱਟ ਬਣ ਜਾਏਗਾ। ਤਾਂ a ਜੋ ਹੈ
ਉਹ ਜਨਰੇਟ ਕਰ ਰਿਹਾ ਜਾਂ ਜਨਰੇਟਰ ਕਹਾਂਗੇ ਆਪਾਂ। तो H की बन गया साइक्लिक ग्रुप शो किया, साइक्लिक करता आप बिकॉज सारे ए दे एलिमेंट्स ने, साइक्लिक ग्रुप जनरेटेड बाय ए हो। देयरफॉर नी आल्सो देखो जिहड़ा H है वो सबसेट ऑफ G तो पहला कर चुके हैं, सबसेट ऑफ G एंड H विच कितने एलीमेंट होंगे हुण आपां काउंट कर सकते हैं बिकॉज सारे डिस्टिंक्ट ने। H विच n एलीमेंट्स होंगे ਤੇ ਗਰੁੱਪ ਵਿੱਚ ਕਿੰਨੇ ਐਲੀਮੈਂਟਸ ਨੇ n ਨੇ ਦਿੱਤਾ ਹੋਇਆ। ਤਾਂ ਦੇयरफॉर ਆਪਾਂ ਕਹਿ ਸਕਦੇ ਹਾਂ ਕਿ G ਤੇ H ਦੋਨੇ ਕੀ ਨੇ, ਬਰਾਬਰ, ਸੈੱਟ ਬਰਾਬਰ ਨੇ। ਪਰ ਇਹ ਕੀ ਹੈਗਾ, ਇਹ ਸਾਈਕਲਿਕ ਗਰੁੱਪ ਆ ਜਨਰੇਟਡ ਬਾय A, ਜਨਰੇਟਡ ਬਾय A ਹੋ ਗਿਆ। देयरफॉर G इज साइक्लिक ग्रुप जनरेटेड बाय A, देयरफॉर G इज साइक्लिक ग्रुप जनरेटेड बाय A। ਹੁਣ ਧਿਆਨ ਦਿਓ ਥੋੜਾ ਜਿਹਾ, ਜਿਹੜੀ ਮੈਂ ਗੱਲ ਪਹਿਲਾਂ ਕੀਤੀ ਸੀ ਓਨਲੀ ਇਫ ਪਾਰਟ ਕਰਦੇ ਆਪਾਂ, ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਕਨਸੈਪਟ ਆ ਉਹ ਤੁਸੀਂ ਦੇਖਣਾ ਹੈਗਾ। ਜਿਹੜਾ ਪਹਿਲਾਂ ਗੱਲ ਕੀਤੀ ਸੀਗੀ ਜੀ ਪਹਿਲਾਂ ਆਪਾਂ ਐਗਜ਼ਾਮਪਲ ਲਈ ਸੀ ਹੁਣੀ ਕਿ ਜੀ ਜੇ ਆਪਣੇ ਕੋਲ ਸਾਈਕਲਿਕ ਗਰੁੱਪ ਜਨਰੇਟਡ ਬਾय ਆਇਓਟਾ ਹੋ ਰਿਹਾ, ਇੱਥੋਂ ਬੜਾ ਇੰਪੋਰਟੈਂਟ ਰਿਜ਼ਲਟ ਨਿਕਲਿਆ। जी अपने शो किया साइक्लिक ग्रुप जनरेटेड बाय ए, ते ए भी शो किया कि ग्रुप की बनूगा, ग्रुप H के बराबर होगा। तो इस केस च ग्रुप पक्का की बनेगा, ए बनेगा ए दी पावर स्केयर, ए दी पावर क्यूब अप टू सोन ए दी पावर n। ये काफी इंपॉर्टेंट रिजल्ट है। जे आपां नूं जनरेटर पता होवे, जे जनरेटर पता होवे इत्थों साइक्लिक ग्रुप किद्दां बनेगा, हुणी प्रूव किया आपां कि इहदे बराबर होगा। यही गल कीती हैगी आ। ते पावर कित्थे तक लेके जानी है आपां ने, पावर कित्थे तक लेके जानी है जिन्नी ऑर्डर होगा इहदा। ये n तक क्यों गए बिकॉज ऑर्डर ऑफ ए कितना सी, इस केस n सी। ये काफी इंपॉर्टेंट रिजल्ट है इहदे विच कि जे अपने कोल G हैगा साइक्लिक ग्रुप जनरेटेड बाय आयोटा, जिन्ना आयोटा दा ऑर्डर होगा उन्नियां पावर रेस कर लो, यह पक्का ग्रुप होगा, ये ग्रुप बन जाएगा। जनरेटर तो पूरा ग्रुप बना सकते हैं, ये सारा पहले च प्रूव किया है, ये गल ध्यान भी रखनी है। चलो ये अपने कोल ओनली पार्ट सीगा, होर भी गल्लां इहदे विच काफी आउणगियां सामने अपने। वो किवें, जिवें कोई ग्रुप आ, एक होर रिजल्ट की प्रूव किया आपां ने। इह गिवनस की सीगा, जे किसी एक एलीमेंट दा ऑर्डर n, ग्रुप दा ऑर्डर भी n, ये गिवन सीगा, आ भी गिवन सीगा। ते आपां ग्रुप नूं की शो किया सीगा, साइक्लिक ग्रुप होगा पक्का जनरेटेड बाय A, जिहदा ऑर्डर ग्रुप के ऑर्डर नाल मैच कर गया, जिहड़े एलीमेंट का ऑर्डर ग्रुप के ऑर्डर नाल मैच कर गया तो उहनूं पक्का की कहांगे आपां, साइक्लिक कहांगे। जिवें आ देखो हुण आपणे ये चेक करना कि 1 -1 आयोटा माइनस आयोटा ये साइक्लिक है कि नहीं है। ये च किवें करांगे देखो, प्रॉपर तरीका की हैगा, 1 -1 आयोटा माइनस आयोटा, लंबा तरीका किहड़ा कि जे आपां हरेक एलीमेंट को किसी एक दी पावर लिख सकते हैं। पहला 1 दी पावर चेक करो कि 1 दी पावर लिख सकते हैं, 1 दी पावर जिन्नी मर्जी ला लो, नहीं लिख सकते। तो ये हरेक एलीमेंट 1 दी पावर नहीं लिख सकते। फिर आपां देखिया कि इहनूं -1 दी पावर लिख सकते हैं, आ लिख सकते हैं, -1 दी पावर आह लिख सकते हैं, आह नहीं लिख सकते। जिन्नी मर्जी पावर ला लो, आयोटा नहीं बनना, तो -1 की पावर नहीं लिख सकते है। फिर 1 -1 माइनस आयोटा ते माइनस आयोटा, फिर आप देखा कि आयोटा की पावर लिख सकते हैं, आयोटा की पावर 1 आ गया, आयोटा पावर 4 आ गया, आयोटा स्केयर आ गया, आयोटा की पावर 1, आयोटा की पावर 3। ठीक है जी। जे हरेक एलीमेंट नूं किसी एक दी पावर लिख सकते हैं तो पक्का की होगा अपने को, साइक्लिक होगा। ये प्रॉपर तरीका, पहला हरेक एलीमेंट की पावर लिखी, हरेक एलीमेंट की पावर लिख के देखिया, हरेक एलीमेंट नूं इहदी पावर लिख के देखिया, जे ये भी पॉसीबल ना हुंदा फिर इहनूं इहदी पावर लिखदे आपां, जे भी पॉसीबल ना हुंदा मतलब की बन गया
कि हरेक एलीमेंट ਨੂੰ ਪਾਵਰ नहीं लिख सकते है साइक्लिक नहीं होगा, ये प्रॉपर तरीका। पर यह तरीका बहुत लंबा चला गया, तो इत्थों एक बड़ा इंपॉर्टेंट रिजल्ट निकलिया ਇਹਦੇ ਵਿੱਚੋਂ। ਉਹ ਕੀ ਹੈਗਾ कि इदां चैक करन दी बजाए कि साइक्लिक है कि नहीं है। हुण थ्योरम तो कर ली आपां सिर्फ एलीमेंट दे ऑर्डर कड्डांगे, बस ऑर्डर कड्ढने सौखे ने। चलो ਇਹਦਾ ऑर्डर ऑलरेडी कर लिया, ऑर्डर 1 आ जाएगा, ਇਹਦਾ ऑर्डर 2 होगा, ਇਹਦਾ ऑर्डर 4 आ जाएगा। जे एक भी एलीमेंट दा ऑर्डर, एक भी एलीमेंट दा ऑर्डर ग्रुप दे ऑर्डर, ग्रुप दा ऑर्डर कितना इस केस 4, जे एलीमेंट दा ऑर्डर ग्रुप दे ऑर्डर नाल मैच कर गया तो यह ग्रुप पक्का साइक्लिक होगा। एक तरीका यह है जो आप प्रूव किया हूं, एलीमेंट दा ऑर्डर जे ग्रुप दे ऑर्डर नाल मैच कर गया तो पक्का साइक्लिक होगा। ते जेड़े एलीमेंट दा ऑर्डर ग्रुप नाल मैच करेगा वो एलीमेंट नूं जनरेटर कहांगे। और किहदा मैच कर रहा है, आयोटा मैच कर रहा है तो इहनूं कहांगे आयोटा जनरेटर है। ये भी देखो ऑर्डर ऑफ माइनस आयोटा ही 4 हुंदा, इहदा भी माइनस आयोटा दा भी मैच कर रहा है तो इहनूं आपां माइनस आयोटा लिख सकदे। ਇਹ ਗੱਲਾਂ ਇਹ ਥਿਓਰਮ ਦੇ ਵਿੱਚੋਂ ਆਪਾਂ ਧਿਆਨ ਰੱਖਣੀਆਂ ਨੇ। ਤੇ ਹੁਣ ਅੱਗੇ ਕਰਦੇ ਹਾਂ ਆਪਾਂ ਇਸ ਤੋਂ ਬਾਅਦ ਓਨਲੀ ਇਫ ਪਾਰਟ ਕਰਨਾ ਆਪਾਂ ਨੇ। ਉਹ ਥੋੜਾ ਜਿਹਾ ਹੈ ਸੌਖਾ ਹੀ ਆ, ਪਰ ਧਿਆਨ ਨਾਲ ਸਮਝਣਾ ਜੀ। ਉਹ ਧਿਆਨ ਨਾਲ ਸਮਝਿਓ ਜੀ। ओनली इफ पार्ट एच बार लिख ले गिवन की है, वी आर गिवन दैट G is a group of order n and G is cyclic. That is, so G is cyclic. We are to prove that there exists an element of G whose order is n। मतलब जे ग्रुप का ऑर्डर n दिता ही है, जे G साइक्लिक आ तो एक एलीमेंट पक्का एग्जिस्ट करूगा जिहदा ऑर्डर ग्रुप के ऑर्डर नाल पक्का मैच करेगा। वो ध्यान दो किवें, सिंस G इज साइक्लिक, जे G अपने कोल साइक्लिक आ तां ये पक्का पता हैगा देयर एग्जिस्ट A बिलोंग्स टू G सच दैट G जिहड़ा होगा इस फॉर्म च होगा। दैट नहीं करो, देयर एग्जिस्ट G बिलोंग्स टू G एंड G जो है अपने को साइक्लिक ग्रुप की होगा, मतलब कि G दे हर एक एलीमेंट किसी एक दी पावर लिख सकते हैं। वो एलीमेंट किहड़ा सपोज कर लिया आपां A सपोज कर लिया कि A दी पावर आपां लिख सकते हैं। ਹੁਣ ਆਪਾਂ ਇਹੀ ਸ਼ੋ ਕਰਾਂਗੇ, ਇਹਦੇ ਵਿੱਚ ਆਪਾਂ ਨੇ ਸ਼ੋ ਕਰਨਾ ਕਿ ਕਿਸੇ ਇੱਕ ਐਲੀਮੈਂਟ ਦਾ ਆਰਡਰ ਗਰੁੱਪ ਦੇ ਆਰਡਰ ਨਾਲ ਮੈਚ ਕਰੇਗਾ। ਉਹ ਕਿਹਦਾ ਮੈਚ ਕਰਾਵਾਂਗੇ, ਜੋ ਜਨਰੇਟਰ ਹੈਗਾ A ਉਹਦਾ ਆਰਡਰ ਗਰੁੱਪ ਦੇ ਆਰਡਰ ਨਾਲ ਮੈਚ ਕਰਾਵਾਂਗੇ। ਸਪੋਜ਼ ਕਰ ਲਿਆ ਆਪਾਂ ਨੇ, ਜੋ ਸਪੋਜ਼ ਕਰ ਲਓ, ਸਪੋਜ਼ दैट ਆਰਡਰ ਆਫ A M ਸਪੋਜ਼ ਕਰ ਲਿਆ। ਹੁਣ ਆਰਡਰ ਆਫ A ਆਪਾਂ N ਸ਼ੋ ਕਰਾਂਗੇ, मतलब M इक्वल टू N शो करना, सीधा ही शो हो जाऊगा। वैसे पिछे करते आ रहे हैं कि M डिवाइड N करो, N डिवाइड M करो, पर यह कंसैप्ट की लोड़ नहीं हैगी, सीधा ही इक्वल हो जाएगा। वो किवें होगा इक्वल आप करते हैं। देखो जी, जे ऑर्डर ऑफ A M पिछे थ्योरम कर चुके हैं, ये थ्योरम दे विच पिछले पार्ट च इफ पार्ट च आप कर चुके हैं। जे किसी एक एलीमेंट का ऑर्डर पता हो तो उत्थों आप एक साइक्लिक ग्रुप बना सकते हैं। दैन H ही ले लिया अपन, वो की होगा
ਜਿਹਦੇ ਵਿੱਚ a ਦੀਆਂ ਪਾਵਰਸ ਹੋਣਗੀਆਂ a ਦੀ ਪਾਵਰ 1 a ਦੀ ਪਾਵਰ 2 ਅਪ ਟੂ ਸੋਨ a ਦੀ ਪਾਵਰ m, ਜਿਹੜਾ a ਤੋਂ ਆ ਰਿਹਾ ਹੋਊਗਾ। ਧਿਆਨ ਦਿਓ ਜੀ, ਇਹ ਲਿਖ ਦਾਂਗੇ proved in if part। ਤੇ if parts ਪ੍ਰੂਵ ਕੀਤਾ ਆਪਾਂ ਹੁਣੀ। ਜੇ ਐਲੀਮੈਂਟ ਦਾ ਆਰਡਰ ਪਤਾ ਹੋਵੇ, ਇਹ ਪਾਵਰਾਂ ਜੋ ਹੈਗੀਆਂ ਨੇ ਇਹ ਪੱਕਾ ਸਬ ਗਰੁੱਪ ਹੋਊਗਾ ਤੇ ਇਹ ਪੱਕਾ ਸਾਈਕਲਿਕ ਗਰੁੱਪ ਹੋਊਗਾ ਜਨਰੇਟਡ ਬਾਈ A। ਇਹ ਆਪਾਂ ਪ੍ਰੂਵ ਕਰ ਚੁੱਕੇ ਹਾਂ। ਹੁਣ ਗੌਰ ਨਾਲ ਦੇਖੋ ਇਹ ਵਿੱਚੋਂ ਇਹ ਹੋ ਕੀ ਰਿਹਾ। ਸੋ ਪਹਿਲਾਂ ਇੱਕ ਆ ਦੇਖ ਲਓ, ਹੇਅਰ ਆਰਡਰ ਆਫ H ਕਿੰਨਾ ਹੋਊਗਾ, ਇਹ ਵੀ M ਹੀ ਹੋਊਗਾ, ਐਲੀਮੈਂਟ ਡਿਸਟਿੰਕਟ M ਹੀ ਹੋਣਗੇ। ਇਹ ਪ੍ਰੂਵ ਕਰ ਚੁੱਕੇ ਹਾਂ। ਤਾਂ ਦੇਖਿਓ ਧਿਆਨ ਨਾਲ, ਇਹ ਵੀ ਸਾਈਕਲਿਕ ਗਰੁੱਪ ਜਨਰੇਟਡ ਬਾਈ A ਆ, ਇਹ ਵੀ ਸਾਈਕਲਿਕ ਗਰੁੱਪ ਜਨਰੇਟਡ ਬਾਈ A ਆ। ਮਤਲਬ ਇਦਾਂ ਕਹਿ ਲਓ, ਇਹਨੂੰ 1 ਪਾ ਲਓ, ਇਹ ਨੰਬਰਿੰਗ 2 ਪਾ ਲਓ। from 1 and 2 ਲਿਆ ਆਪਾਂ ਨੇ। ਇੱਥੋਂ ਕੀ ਹੋ ਗਿਆ, H equal to G, H ਤੇ G ਬਰਾਬਰ ਹੋ ਗਏ, ਬਿਕੋਜ਼ ਦੋਨਾਂ ਰਾਈਟ ਹੈਂਡ ਸਾਈਡ ਇਕੁਅਲ ਆ, ਲੈਫਟ ਹੈਂਡ ਸਾਈਡ ਵੀ ਇਕੁਅਲ ਹੋਊਗੀ। ਜੇ ਦੋ ਗਰੁੱਪ ਬਰਾਬਰ ਨੇ, ਇਹ ਨੰਬਰ ਆਫ ਐਲੀਮੈਂਟ ਵੀ ਸੇਮ ਹੋਣਗੇ। ਜੇ ਦੋ ਸੈੱਟ ਇਕੁਅਲ ਨੇ, ਨੰਬਰ ਆਫ ਐਲੀਮੈਂਟ ਵੀ ਸੇਮ ਹੋਣਗੇ। therefore order of H is equal to order of G, therefore M, ਇਹ M ਮੰਨਿਆ ਹੋਇਆ ਆਪਾਂ ਨੇ, ਇਹ N। ਤਾਂ ਕੀ ਬਣ ਗਿਆ, therefore order of A ਕਿੰਨਾ ਹੋ ਗਿਆ, M ਸਪੋਜ਼ ਕੀਤਾ ਸੀ, M ਨੂੰ N ਦੇ ਇਕੁਅਲ ਸ਼ੋ ਕਰਤਾ, therefore order of A ਕਿੰਨਾ ਹੋ ਗਿਆ, N ਹੋ ਗਿਆ। ਇਹ ਆਪਾਂ ਨੇ ਸ਼ੋ ਕਰਨਾ ਸੀਗਾ ਕਿ ਇੱਕ ਐਲੀਮੈਂਟ ਪੱਕਾ ਹੋਊਗਾ, therefore there exist A belongs to G, ਇੱਕ ਐਲੀਮੈਂਟ G ਚ ਪੱਕਾ ਹੋਊਗਾ such that G ਦਾ ਆਰਡਰ ਵੀ ਪੱਕਾ N ਹੋਊਗਾ, G ਦਾ ਆਰਡਰ ਵੀ ਪੱਕਾ ਆਪਣੇ ਕੋਲ N ਹੋਊਗਾ। ਸੋ ਇਹ ਥਿਊਰਮ ਕਾਫੀ ਇੰਪੋਰਟੈਂਟ ਹੈ ਜੀ, ਇਹ ਥਿਊਰਮ ਦੇਖ ਲਿਓ। ਇੱਕ ਛੋਟੀ ਥਿਊਰਮ ਹੋਰ ਕਰਵਾਉਣੀ ਹੈਗੀ ਆ, ਉਹ ਸਟੇਟਮੈਂਟ ਪੜ੍ਹਦੇ ਆਪਾਂ। मैं स्टेटमेंट पढ़ देख लो, छोटी थ्योरम है जी। एवरी साइक्लिक ग्रुप इज अबिलियन, कोई भी साइक्लिक ग्रुप आप लवांगे वो पक्का अबिलियन होगा। अबिलियन तुहानूं ध्यान च होवे, जिस ग्रुप दे विच कम्यूटेटिव प्रॉपर्टी होल्ड करे उहनूं आपां अबिलियन कहने हैगे। तो देखो जी, लेट कर लिया आपां ने, लेट G इज इक्वल टू, बस इदां पाओ सीधा। ये अंडरस्टूड है कि G साइक्लिक ग्रुप आ ते A की हैगा जनरेटर, ये अंडरस्टूड है सारा। हुण इहनूं किवें की शो करना, आपां इहनूं अबिलियन शो करना। अबिलियन तां शो होगा जिहनूं कम्यूटेटिव प्रॉपर्टी होल्ड करावांगे। कम्यूटेटिव प्रॉपर्टी की हुंदी आ, कोई भी ए बी लै लो, जे ए बी ते बी ए बराबर ने फॉर ऑल ए बी बिलोंग्स टू जी, फिर होगा। हुण ए आपां यूज कर लिया तां ए बी आपां सिंबल ना लईए, आपां एक्स वाई सिंबल मान लैंदे आ, आ शो करांगे। तो लेट कर लिया कि एक्स ते वाई कोई दो जनरल एलीमेंट ने, जे जनरल इक्वल करते फिर सारे वास्ते इक्वल हो जाएगा जी। हुण देखो, हुण एक्स वाई जी चो आ रहे हैं, तो देखो आ स्टेप समझ आ रहा है। ए दी पावर एम लिखता, वाई लिखता ए दी पावर एन। हुण इदां दी गल्लां ही अगे यूज होणगीਆਂ। ਇਹ क्यों लिखता, साइक्लिक ग्रुप की हुंदा कि जी दा हरेक एलीमेंट, कोई भी एलीमेंट जी चो मान लो, वो ए दी कोई ना कोई पावर होएगी। इहनूं आपां ए दी पावर एम मान लिया, इहनूं ए दी पावर एन मान लिया। ये दसना कि पावर कोई ना कोई किहड़ी लैनी है, अपने इंटैग्रल पावर लैनी है कि एम ते एन की ने, इंटीजर्स ने। देयरफॉर जो आपां एक्स वाई किता, ए दी पावर एम इंटू ए दी पावर एन, ए दी पावर एम प्लस एन हुंदा, अते वाई इंटू एक्स किता, ए दी पावर एन ए दी पावर एम। हुण आ देखो की आ फर्क की है। जिन्हां नूं इह गल समझ आ रही होगी, पता होगा कि पावर का मीनिंग की है, उन्हें समझ आ जाऊगा कि यह दोने गल्लां सेम ही ने, ये दोने गल्लां सेम ने। जां इदां कह लो, जो मोटा काम देखना, मोटा काम की है, एम ते एन इंटीजर्स ने। इंटीजर जिस तरह मर्जी ऐड कर लो, अगे पिछे कर लो, फर्क नहीं पैंदा। चाहे 2+3 कर लवो,
ਚਾਹੇ 3+2 ਕਰ ਲਓ, ਆਂਸਰ ਬਰਾਬਰ ਹੋਊਗਾ। ਪਰ ਜਿਨ੍ਹਾਂ ਨੂੰ ਇਹ ਪ੍ਰੋਪਰ ਪਤਾ ਹੋਊਗਾ ਕਿ a ਦੀ ਪਾਵਰ m ਦਾ ਮੀਨਿੰਗ ਕੀ ਹੁੰਦਾ, a ਦੀ ਪਾਵਰ ਸਕੁਅਰ ਇਨਟੂ a ਦੀ ਪਾਵਰ ਕਿਊਬ, ਇਹਦਾ ਮੀਨਿੰਗ ਕੀ ਹੈ? a ਨੂੰ 2 ਵਾਰੀ ਆਪਰੇਟ ਕੀਤਾ, a ਨੂੰ 3 ਵਾਰੀ ਆਪਰੇਟ ਕੀਤਾ, ਤਾਂ ਓਵਰਆਲ ਤਾਂ 5 ਵਾਰੀ ਹੀ ਆਪਰੇਟ ਹੋ ਗਿਆ। ਓਵਰਆਲ ਉਰੇ ਕੀ ਕੀਤਾ, a ਨੂੰ 3 ਵਾਰੀ ਆਪਰੇਟ ਕੀਤਾ, a ਨੂੰ 2 ਵਾਰੀ ਆਪਰੇਟ ਕੀਤਾ, ਤਾਂ ਓਵਰਆਲ ਕਿੰਨੇ ਵਾਰੀ ਆਪਰੇਟ ਹੋ ਗਿਆ? ਇਹ ਵੀ ਤਾਂ 5 ਵਾਰੀ ਹੀ ਆਪਰੇਟ ਹੋਇਆ। ਤਾਂ ਗੱਲ ਤਾਂ ਇੱਕੋ ਹੀ ਆ ਦੋਨੇ। ਇਹ ਫਰਕ ਕਿਉਂ ਨਹੀਂ ਪੈ ਰਿਹਾ? ਇਹ ਦੋਨੇ ਗੱਲਾਂ ਬਰਾਬਰ ਕਿਉਂ ਲੱਗ ਰਹੀਆਂ ਨੇ? ਜੇ ਸਮਝ ਆ ਰਿਹਾ ਹੋਵੇ, ਇਹ ਐਸੋਸੀਏਟਿਵ ਪ੍ਰੋਪਰਟੀ ਹੈ। ਦੇਖੋ ਮੈਂ ਪਾ ਕੇ ਦਿਖਾ ਰਿਹਾ, a 5 ਵਾਰੀ ਪਾਤਾ। ਇਹਦੇ ਚ ਪਹਿਲਾਂ ਆਹ 2 ਮਲਟੀਪਲਾਈ ਹੋਏ ਨੇ ਤਾਂ ਹੀ a ਸਕੁਅਰ ਆਇਆ, ਫਿਰ ਆਹ 3 ਮਲਟੀਪਲਾਈ ਹੋਏ ਨੇ ਤਾਂ a ਕਿਊਬ ਆਇਆ। ਇਹ ਨੀਚੇ ਵਾਲਾ ਦੇਖੋ a ਹੈ 5 ਵਾਰੀ ਹੈ, ਪਹਿਲਾਂ 3 ਲਏ ਨੇ ਆਪਾਂ ਨੇ, ਫਿਰ ਬਾਅਦ ਚ 2 ਲੈਣੇ। ਜਿਹੜੀ ਗਰੁੱਪਿੰਗ ਕਰਨੀ ਹੁੰਦੀ ਹੈ ਆਪਾਂ ਐਲੀਮੈਂਟਸ, ਇਹਨੂੰ ਕਹਿੰਦੇ ਆਪਾਂ ਐਸੋਸੀਏਟਿਵ ਪ੍ਰੋਪਰਟੀ। ਤਾਂ ਇਹ ਬਾਏ ਐਸੋਸੀਏਟਿਵ ਪ੍ਰੋਪਰਟੀ ਬਰਾਬਰ ਨੇ ਜੀ ਆਪਸ। ਸਿੱਧਾ ਦੇਖ ਲਓ, ਔਰਲੀ ਵੀ ਦੇਖ ਸਕਦੇ ਹਾਂ ਕਿ ਪਾਵਰਾਂ ਜੋੜਾਂਗੇ ਤਾਂ ਬਣੇਗਾ। ਇੰਟੀਜਰ ਦੀ ਐਡੀਸ਼ਨ ਹਮੇਸ਼ਾ ਕਮਿਊਟੇਟਿਵ ਹੁੰਦੀ ਹੈ। ਦੇਅਰਫੋਰ ਜੇ ਜਨਰਲ ਵਾਸਤੇ ਬਰਾਬਰ ਆ ਗਿਆ, ਫਿਰ ਸਾਰਿਆਂ ਵਾਸਤੇ ਬਰਾਬਰ ਹੋ ਗਿਆ। ਦੇਅਰਫੋਰ xy equal to yx for all xy belongs to G। therefore G is abelian। therefore ਆਪਾਂ ਕਹਿ ਸਕਾਂਗੇ G ਪੱਕਾ ਕੀ ਹੋਗਾ? abelian। ਸੋ ਇਹ ਟੌਪਿਕ ਕਰਵਾਉਣਾ ਸੀਗਾ ਜੀ। ਅੱਗੇ ਨੈਕਸਟ ਟੌਪਿਕ ਆਪਾਂ ਫਿਰ ਨੈਕਸਟ ਲੈਕਚਰ ਕਰਾਂਗੇ। ਕੋਈ ਪ੍ਰੋਬਲਮ ਡਾਊਟ ਹੋਇਆ ਤਾਂ ਪੁੱਛ ਲਿਓ ਜੀ। ਥੈਂਕ ਯੂ।